ਖਬਰ ਲੈਣੇ ਲੁਧਿਆਣਾ ਤੋਂ, ਜਿੱਥੇ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਭੈਣੀ ਸਾਹਿਬ ਵਿਖੇ ਹੋ ਰਹੇ ਸੰਗੀਤ ਸੰਮੇਲਨ 'ਚ ਪਹੁੰਚੀ ਡੇਰਾ ਭੈਣੀ ਸਾਹਿਬ ਦੇ ਮੁਖੀ ਸਤਿਗੁਰੂ ਉਦੇ ਸਿੰਘ ਵੱਲੋਂ ਜਥੇ ਸੰਮੇਲਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ। ਤਾਂ ਉੱਥੇ ਹੀ ਡੇਰਾ ਮੁਖੀ ਸਤਿਗੁਰੂ ਉਦੇ ਸਿੰਘ ਵੱਲੋਂ ਬੁੱਢੇ ਨਾਲੇ ਤੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਉਦਘਾਟਨ ਨੂੰ ਲੈ ਕੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇੰਡਸਟਰੀ ਵੱਲੋਂ ਵੀ 3 ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਗਏ ਨੇ, ਜਿਸ ਨੂੰ ਸਰਕਾਰ ਆਪ ਮੋਨੀਟਰ ਕਰੇ। ਇਸ ਦੌਰਾਨ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਉਹਨਾਂ ਨੂੰ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਜਿਸ ਵਿੱਚ ਬੁੱਢੇ ਨਾਲੇ ਦੀ ਸਾਫ਼ ਸਫਾਈ ਅਤੇ ਇਸ ਦੇ ਪਾਣੀ ਨੂੰ ਸਾਫ਼ ਕਰਨ ਸੰਬੰਧੀ ਬਣਾਈ ਗਈ ਟੀਮ ਸੀ। ਕਿਹਾ ਕਿ ਇਹ ਚੰਗਾ ਉਪਰਾਲਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਨੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੰਟਰਸਿਟੀ ਵੱਲੋਂ 3 ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਗਏ ਨੇ, ਜਿਸ ਨੂੰ ਚੰਗੇ ਤੌਰ ਤੇ ਮੋਨੀਟਰ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਮੋਨੀਟਰ ਕਰੇ ਤਾਂ ਇਸ ਬੁੱਢੇ ਨਾਲੇ ਦੀ ਨੁਹਾਰ ਬਦਲ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਬੁੱਢੇ ਨਾਲੇ ਵਿੱਚ ਫੈਲਣ ਵਾਲੇ ਗੰਦ ਦਾ ਮੁੱਖ ਕਾਰਨ ਡੈਰੀਆਂ ਦਾ ਗੰਦ ਹੈ, ਜਿਸ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਕਿਹਾ ਕਿ ਇਸ ਨਾਲ ਪ੍ਰਦੂਸ਼ਿਤ ਹੋਣ ਤੋਂ ਕੁਝ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਿਖਾਇਆ ਸੀ ਕਿ ਚਾਹੇ ਕਿਸੇ ਵੀ ਅਹੁਦੇ ਤੇ ਬਿਰਾਜਮਾਨ ਹੋ ਜਾਓ, ਲੇਕਿਨ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾ ਭੁੱਲਿਆ ਜਾਵੇ। ਸਮਾਗਮ 'ਚ ਪਹੁੰਚੇ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ ਕਿਹਾ ਕਿ ਵੱਖ-ਵੱਖ ਧੁਨਾਂ ਦੇ ਅੰਦਰ ਖੋ ਜਾਣਾ ਦਿਮਾਗ ਦੀ ਗੱਲ ਹੈ। ਕਿਹਾ ਕਿ ਉਹਨਾਂ ਦੇ ਨਾਲ ਪ੍ਰਸਿੱਧ ਕਲਾਕਾਰ ਕਰਨਾਟਕਾ ਤੋਂ ਵੀ ਆਏ ਨੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਤਬਲਾ ਵਾਦਕ ਉਹਨਾਂ ਨੂੰ ਇੱਕ ਵੱਖਰਾ ਆਨੰਦ ਮਹਿਸੂਸ ਹੁੰਦਾ ਹੈ। ਇਸ ਦੌਰਾਨ ਜਿੱਥੇ ਉਹਨਾਂ ਸਮਾਗਮ ਦੀ ਸ਼ਲਾਘਾ ਕੀਤੀ, ਉੱਥੇ ਹੀ ਭਾਈਚਾਰਕ ਸਾਂਝੇ ਤੇ ਵੀ ਬੋਲਦੇ ਹੋਏ ਨਜ਼ਰ ਆਏ। ਹੋਰ ਉਹਨਾਂ ਨੇ ਕੀ ਕਿਹਾ, ਆਓ ਸੁਣਾਉਣੇ ਆ ਪੂਰੀ ਖਬਰ। ਸਿੰਘ ਸੱਚੇ ਪਾਤਸ਼ਾਹ ਨੂੰ ਸਮਰਪਿਤ ਇਹ ਸੰਗੀਤ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਜੀ। ਜਿਸ ਤਰ੍ਹਾਂ ਤੁਸੀਂ ਮੇਰਾ ਖਿਆਲ ਮੇਰੇ ਤੋਂ ਪਹਿਲੇ ਹੁਣੇ ਉਸਤਾਦ ਜ਼ਾਕਿਰ ਹੁਸੈਨ ਨੂੰ ਇੰਟਰਵਿਊ ਕੀਤਾ, ਔਰ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਆਰਟਿਸਟ ਨੇ ਜਿਹੋ ਜਿਹਾ ਪਰਮਾਤਮਾ ਕਦੀ 30 40 50 ਸਾਲ 'ਚ ਇੱਕ ਆਰਟਿਸਟ ਭੇਜਦਾ ਹੈ, ਉਸ ਤਰ੍ਹਾਂ ਦੇ ਆਰਟਿਸਟ ਨੇ। ਔਰ ਉਹਨਾਂ ਦੇ ਨਾਲ ਵੀ ਜਿਹੜੇ ਨੇ ਹੋਰ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੂੰ ਮਿਲੇ ਹੋਗੇ, ਸ਼੍ਰੀ ਗਿਰੀਧਰ ਉਡੱਪਾ ਨੇ, ਪੂਰਬਾਇਨ ਜੀ ਨੇ, ਔਰ ਵਿਜੇ ਪ੍ਰਕਾਸ਼ ਨੇ, ਔਰ ਇਹ ਸਾਰੇ ਹੀ ਤੌਫੀਕ ਜੀ ਨੇ, ਉਹਨਾਂ ਦੇ ਭਰਾ ਜਿਹੜੇ ਨੇ, ਔਰ ਸਾਰੇ ਹੀ ਇਹ ਬਹੁਤ ਚੰਗੇ ਆਰਟਿਸਟ ਨੇ। ਔਰ ਇਸ ਤਰ੍ਹਾਂ ਦਾ ਫਿਊਜ਼ਨ ਪ੍ਰੋਗਰਾਮ ਇਸ ਲੈਵਲ 'ਤੇ ਸ਼ਾਇਦ ਦਿੱਲੀ ਤੋਂ ਨਾਰਥ ਵਿੱਚ ਸ਼ਾਇਦ ਹੀ ਕਦੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਹੋਵੇ। ਔਰ ਅਸੀਂ ਇਹ ਸਮਰਪਿਤ ਕਰਦੇ ਹਾਂ, ਸਾਨੂੰ ਜੋ ਸੰਗੀਤ ਦੀ ਦੇਣ ਦਿੱਤੀ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਦਾ ਇਹ ਗੱਲ ਕਰਦੇ ਸੀ ਕਿ ਇਹ ਇੱਕ ਪਰੰਪਰਾ ਹੈ ਸਿੱਖ ਧਰਮ ਦੀ, ਇੱਕ ਗੁਰੂ ਘਰ ਦੀ ਪਰੰਪਰਾ ਹੈ। ਔਰ ਇੱਕ ਉਹ ਪਰੰਪਰਾ ਹੋਏ ਜਿਹੜੀ ਸਾਡੇ 'ਤੇ ਕਿਰਪਾ ਕੀਤੀ, ਮੈਂ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਉਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਪਰੰਪਰਾ ਕਿਰਪਾ ਕੀਤੀ, ਉਹਨਾਂ ਸੰਗੀਤ ਨਾਲ ਸਾਰੀ ਦੁਨੀਆ ਨੂੰ ਜੋੜਿਆ। ਕਿੱਥੇ ਕਿੱਥੇ ਸੱਚੇ ਪਾਤਸ਼ਾਹ ਗਏ, ਨਾਲ ਉਹਨਾਂ ਦੇ ਭਾਈ ਮਰਦਾਨਾ ਤੇ ਭਾਈ ਬਾਲਾ ਗਏ, ਅਤੇ ਕਿਸ ਤਰ੍ਹਾਂ ਉਹਨਾਂ ਨੇ ਸੰਗੀਤ ਨਾਲ ਜੋੜਿਆ, ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਉਚਾਰੀ। ਸੋ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਉਹ ਪਰੰਪਰਾ ਇੱਥੇ ਚੱਲਦੀ ਰਹੇ, ਔਰ ਉਹਨਾਂ ਦੇ ਚਰਨਾਂ ਵਿੱਚ ਇਹ ਅਰਦਾਸ ਕਰਕੇ ਕਰਦੇ ਹਾਂ ਕਿ ਇਹ ਸੰਗੀਤ ਦਾ ਇਹ ਦਾਨ ਦਿਓ, ਤਾਂ ਕਿ ਇਹ ਸੰਗੀਤ ਵੱਧ ਤੋਂ ਵੱਧ ਬੱਚੇ ਸਿੱਖ ਸਕਣ, ਇਹ ਸ਼ਾਸਤਰੀ ਸੰਗੀਤ ਜਿਉਂਦਾ ਰਹਿ ਸਕੇ, ਪੰਜਾਬੀਆਂ ਵਿੱਚ ਇਸ ਤਰ੍ਹਾਂ ਹੀ ਸੰਗੀਤ ਵੱਧਦਾ ਰਹੇ। ਸੋ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ, ਅਤੇ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਤਿਗੁਰੂ ਇਹ ਕਿਰਪਾ ਕਰਨ ਕਿ ਪ੍ਰੋਗਰਾਮ ਇਹ ਵਧੀਆ ਹੋਵੇ। ਵਾਟਰ ਟ੍ਰੀਟਮੈਂਟ ਪਲਾਂਟ ਹਾਂਜੀ, ਬੜੀ ਖੁਸ਼ੀ ਹੈ ਜੀ, ਕਿਉਂਕਿ ਜਦੋਂ ਮੈਂ ਟਾਸਕ ਫੋਰਸ ਦਾ ਚੇਅਰਮੈਨ ਸੀ ਉਦੋਂ ਸ਼ੁਰੂ ਹੋਇਆ ਸੀ ਉਹ ਪਲਾਂਟ, ਅਤੇ ਅੱਜ ਸਾਡੇ ਆਦਰਣੀ ਮੁੱਖ ਮੰਤਰੀ ਜੀ ਨੇ ਉਦਘਾਟਨ ਕੀਤਾ। ਮੈਨੂੰ ਬੜੀ ਖੁਸ਼ੀ ਹੈ, ਔਰ ਮੈਂ ਆਸ ਕਰਦਾ ਕਿ ਉਹ ਚੰਗੀ ਤਰ੍ਹਾਂ ਚੱਲ ਸਕੇ। ਉਸ ਦੇ ਨਾਲ ਨਾਲ ਸਾਡੇ 3 ਇੰਡਸਟਰੀ ਨੇ ਵੀ ਪਲਾਂਟ ਲਾਏ ਨੇ, ਜਿਹੜੇ ਇੰਡਸਟਰੀ ਸਪਾਂਸਰ ਕਰ ਰਹੀ ਹੈ ਔਰ ਇੰਡਸਟਰੀ ਖਰਚਾ ਕਰ ਰਹੀ ਹੈ। ਸਾਨੂੰ ਇਹ ਯਕੀਨੀ ਕਰਨਾ ਪੈਣਾ ਕਿ ਉਹ ਪਲਾਂਟ ਸਾਰੇ ਚੱਲਣ, ਅਸੀਂ ਉਹਨਾਂ ਨੂੰ ਮੋਨੀਟਰ ਕਰੀਏ, ਅਸੀਂ ਸਾਰੇ ਉਹਨਾਂ ਨੂੰ ਇਮਾਨਦਾਰੀ ਨਾਲ ਚਲਾਈਏ। ਔਰ ਦੂਸਰਾ ਬਹੁਤ ਜ਼ਰੂਰੀ ਹੈ, ਜਿਹੜੀ ਮੈਂ ਅੱਗੇ ਵੀ ਗੱਲ ਕੀਤੀ ਹੈ, ਕਿ ਜਿੰਨਾ ਚਿਰ ਡੇਅਰੀਜ਼ ਦਾ ਗੋਹਾ ਵਿੱਚ ਪੈਂਦਾ ਰਹੇਗਾ ਉਹਨਾਂ ਚਿਰ ਦਰਿਆ ਨੂੰ ਸਾਫ਼ ਕਰਨਾ ਬਹੁਤ ਮੁਸ਼ਕਿਲ ਹੈ। ਸੋ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਹੈ ਕਿ ਉਹ ਦੇਖਣ ਕਿ ਆਪਾਂ ਡੇਅਰੀਆਂ ਦਾ ਕੀ ਸੋਲਿਊਸ਼ਨ ਲਾ ਸਕਦੇ ਹਾਂ। ਸਰ, ਜਿਹੜੇ ਫੈਕਟਰੀਆਂ ਵਾਲੇ ਹੈਗੇ ਨੇ, ਜਿਹੜੇ ਕਰਦੇ ਨੇ ਕੰਮ, ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ, ਉਹਨਾਂ ਨੂੰ ਵੀ ਰੱਖਣਾ ਚਾਹੀਦਾ ਜੀ, ਔਰ ਗਵਰਨਮੈਂਟ ਨੂੰ ਮੋਨੀਟਰ ਵੀ ਕਰਨਾ ਚਾਹੀਦਾ ਜੀ, ਕਿਉਂਕਿ ਫੈਕਟਰੀਆਂ ਨੇ 3 ਪਲਾਂਟ ਆਲਰੇਡੀ ਲਾਏ ਨੇ, ਔਰ ਲਗਾਤਾਰ ਮੋਨੀਟਰਿੰਗ ਦੀ ਲੋੜ ਹੈ ਕਿ ਉਹ 3 ਪਲਾਂਟ ਸਾਡੇ ਚੱਲ ਰਹੇ ਨੇ। ਉਹਨਾਂ ਜਿਹੜਾ ਪਾਣੀ ਆ ਰਿਹਾ ਉਹ ਸਾਡੇ ਜੋ ਗ੍ਰੀਨ ਟ੍ਰਿਬਿਊਨਲ ਨੇ ਸਾਨੂੰ ਮਾਪਦੰਡ ਦਿੰਦੇ ਨੇ ਉਹਨਾਂ ਦੇ ਮੁਤਾਬਿਕ ਠੀਕ ਆ ਰਿਹਾ। ਔਰ ਜੇ ਇਹ ਕੰਮ ਹੋ ਜਾਏਗਾ ਬਹੁਤ ਵੱਡਾ ਕੰਮ ਹੋ ਜਾਏਗਾ, ਕਿਉਂਕਿ ਜਿਹੜੀ ਸਾਡੀ ਵਾਟਰ ਪੋਲਿਊਸ਼ਨ ਹੈ ਇਹ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ, ਸਾਡੇ ਸਾਰੇ ਦੇਸ਼ ਦੀ ਪ੍ਰੋਬਲਮ ਹੈ। ਪਿਛਲੀ ਸਰਕਾਰਾਂ ਵੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਸਾਫ਼ ਸੁਥਰਾ ਕਰਨ ਦੀ ਜਿਹੜੀ ਕਿਸੇ ਪ੍ਰੋਜੈਕਟ ਲਿਆਂਦੇ ਗਏ ਸੀ, ਗੱਲਾਂ ਕੀਤੀਆਂ ਜਾਂਦੀਆਂ ਸੀ, ਤਾਂ ਹੁਣ ਕੀ ਲੱਗਦਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਕਿੰਨਾ ਕੁ ਮਤਲਬ ਸਫਲ ਰਹੇਗੀ ਇਸ ਕੰਮ?
ਮੈਂ ਕਿ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਸਰਕਾਰਾਂ ਦੇ ਕੰਮ ਕਿੱਦਾਂ ਹੁੰਦੇ ਨੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਤੁਸੀਂ ਫੀਲਡ 'ਚੋਂ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਦੇਖੋ, ਪਰ ਮੈਂ ਸਾਡੇ ਦਿਲੋਂ ਇਹ ਚਾਹੁੰਦੇ ਹਾਂ ਕਿ ਜ਼ਰੂਰ ਹੋਵੇ ਜੀ। ਸਰ, ਇੱਕ ਪੰਜਾਬੀ ਮਾਂ ਤੁਸੀਂ ਪੰਜਾਬੀ ਹੁੰਦੇ ਹੋਏ ਤੁਸੀਂ ਵੀ ਚਾਹੁੰਦੇ ਹੋ ਕਿ ਸਾਡਾ ਪੰਜਾਬ ਤਰੱਕੀ ਕਰੇ, ਅਸੀਂ ਪੋਲਿਊਸ਼ਨ ਮੁਕਤ ਹੋਈਏ। ਅਸੀਂ ਤਾਂ ਬਾਹਰ ਜਾਣ ਜੋਗੇ ਵੀ ਨਹੀਂ ਰਹੇ ਹੁਣ ਆਪਾਂ ਤੇ, ਸਾਡੀ ਤਾਂ ਉਮਰ ਵੀ ਵੱਡੀ ਹੋ ਗਈ ਹੈ। ਸਰ, ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪਰਸੋਂ ਜਿਹੜਾ ਦਿਵਸ ਆ ਰਿਹਾ, ਉਹਨੂੰ ਲੈ ਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਨੂੰ ਪਤਾ ਮਾਂ ਬੋਲੀ ਦਿਵਸ ਆ ਰਿਹਾ ਜੀ ਪੰਜਾਬੀ ਮਾਂ ਬੋਲੀ ਦਾ ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਕਿ ਸਾਨੂੰ ਦੇਖੋ ਸਾਰੀਆਂ ਜ਼ਬਾਨਾਂ ਸਿੱਖਦਿਆਂ ਹੋਇਆਂ ਵੀ ਸਾਨੂੰ ਮਾਂ ਬੋਲੀ ਨਾਲ ਜੁੜ ਕੇ ਰਹਿਣਾ ਚਾਹੀਦਾ। ਸਾਡੇ ਸਤਿਗੁਰੂ ਜੀ ਇਹ ਕਹਿੰਦੇ ਹੁੰਦੇ ਸੀ, ਕੁਛ ਵੀ ਬਣ ਜਾਓ, ਡਾਕਟਰ ਬਣ ਜਾਓ, MLA ਬਣ ਜਾਓ, ਸਾਇੰਸਦਾਨ ਬਣ ਜਾਓ, ਪਰ ਪੰਜਾਬੀ ਜ਼ਰੂਰ ਬਣੋ। ਪੰਜਾਬੀ ਬਣ ਕੇ ਰਹਿਣਾ ਚਾਹੀਦਾ। ਸਾਨੂੰ ਪੰਜਾਬੀ ਹੋਣ ਦਾ ਮਾਣ ਹੋਣਾ ਚਾਹੀਦਾ। ਸਾਨੂੰ ਇਹ ਸੰਗ ਨਹੀਂ ਆਉਣੀ ਚਾਹੀਦੀ ਕਿ ਮੈਂ ਪੰਜਾਬੀ ਬੋਲਾਂ, ਕਿਉਂਕਿ ਮੈਂ ਬੜਿਆਂ ਘਰਾਂ 'ਚ ਦੇਖਿਆ, ਮੈਂ ਪੰਜਾਬ 'ਚ ਮੈਂ ਬਹੁਤ ਘਰਾਂ ਵਿੱਚ ਜਾਣਾ, ਬੱਚਿਆਂ ਨਾਲ ਅਸੀਂ, ਮੇਰਾ ਕੋਈ ਹਿੰਦੀ ਨਾਲ ਦੁਸ਼ਮਣੀ ਨਹੀਂ, ਮੈਂ ਹਿੰਦੀ ਨੂੰ ਪਿਆਰ ਕਰਦਾ, ਪਰ ਅਸੀਂ ਪੰਜਾਬੀ ਛੱਡ ਕੇ ਹਿੰਦੀ ਕਿਉਂ ਬੋਲਦੇ ਹਾਂ? ਜੇ ਅਸੀਂ ਪੰਜਾਬੀ ਜੰਮੇ ਹਾਂ ਤੇ ਅਸੀਂ ਪੰਜਾਬੀ ਬੋਲੀਏ। ਅਸੀਂ ਪੰਜਾਬੀ ਛੱਡ ਕੇ ਅੰਗਰੇਜ਼ੀ ਕਿਉਂ ਬੋਲਦੇ ਹਾਂ? ਅਸੀਂ ਮਾਣ ਕਰੀਏ ਪੰਜਾਬੀ ਹੋਣ ਦਾ। ਠੀਕ ਹੈ। There are always let's do. I mean, this group is an interesting example. I mean, you have Giridhar Uduppa ji, who's representing Carnatic tradition of rhythms. You have Vijay Bhai, who is representing both traditions, melodically speaking. Yogesh ji, मैं, तौफिक भाई, हम उस्ताद अल्लाह रखा के बच्चे भी हैं और शागिर्द भी हैं. Purbayan ji is representing a very universal approach to sitar playing, and Mr. Haldipur here, belonging to an interesting classical tradition in his home, is also representing a modern approach to that kind of music. So all that is coming together here, but there doesn't seem to be any partitions. There doesn't seem to be any hesitancy. There doesn't seem to be any like, oh, I'm not going to do that, and oh, you are doing that, but I'm going to stay away. Aisa nahi hai. And that mindset that we are in our minds free and totally unabashed in our love for each other, our need to interact with each other, and that kind of universal approach to being without an unquestioned love and friendship with each other, even though we belong to so many different parts of the world, so many different ways of life, those things don't matter. We as human beings, as brothers, as representative of an art form which is the most positive energy, most positive vibration that exists in the world, which is art. And to be able to have that amongst us and not have any of these mine or yours issues, that's what makes it so beautiful. And that's why it doesn't matter which gharanas you come from. It doesn't matter which tradition you are representing. It doesn't matter which prant you are coming from, what kind of clothes you're wearing, who do you worship, who do you not. None of that matters. What matters is how we are able to coexist with each other in one house as brothers and, you know, as a family. And that is a feeling, that is the message, that is the emotion that this bastion of knowledge, which is the Vani Sahib, represents. And so if we can somehow showcase that through our music, we are blessed. सब जैसे पहले गाने वगैरह चलते थे और आजकल जो म्यूजिक चल रहे हैं, तो उसमें क्या डिफरेंस है, क्या लगता है आपको? आप मुझे बताइए, जब आप कह रहे हैं पहले, कितने साल पहले की बात कर रहे हैं? काफी पुराने मतलब जब बनते आप कितने साल के हैं? सर 42। 43। तो मतलब पहले, मतलब 20 साल पहले या 25 साल पहले या ऐसा कुछ? हाँ, तो उसमें फ़र्क क्या है? कोई फ़र्क तो मुझे तो नज़र नहीं आया। हाँ, 50 साल 60 साल की बात करेंगे जो आपसे पहले था, उसमें कुछ शायद फ़र्क नज़र आए, प्रेजेंटेशन में, बातचीत में। आपका क्या ख्याल है? What do you think? What do you guys think? Any difference? Thank you, sir. No difference? हाँ, मेरे ख्याल से तो कोई डिफरेंस नहीं है। सिर्फ इतना है कि musicians have become much more how should I say approachable. They have become much more open to the audiences and they are able to express themselves. So therefore you are able to come and talk to us. 50 साल पहले आप कोई इंडियन क्लासिकल म्यूजिशियन से आके बात करने के मूड में नहीं थे। अब जो म्यूज़िक एक ऐसी जगह पे पहुंच गया है कि आप, मतलब मीडिया को भी ऐसा लगता है कि यार हमें इनको कवर करना चाहिए। तो अब ऐसी जगह पे हम आ गए हैं
That is the only difference. That we are now in focus. Before we were on the periphery and a little bit hazy, but now we are focused and in focus, and so that's the only difference. Thank you. Thank you. लेकिन जी नहीं, आई जस्ट वांट टू से दैट फर्स्ट एंड फॉरमोस्ट ये बहुत ही हम लोगों के लिए खुशनसीबी है कि आज हम सदगुरु जी के लिए एक हाज़िरी देने आए हैं. आई जस्ट वांट टू से कि बेसिकली अमंग म्यूजिशियंस नाउअडेज there is nothing like an ego or something. They are very much open to playing other घरानास. Maybe at one time, long time back, वो एक था कि घराना का जो है मैं वो वहीं का बजाऊंगा. लेकिन आजकल इतना लोगों के बीच में एक प्यार और सबके बीच में सद्भाव है कि लोग एक दूसरे के घराने की चीज़ बड़े शौक से बजाते हैं और गर्व से बजाते हैं. तो इसलिए हमको लगता है कि ये पंजाब का है, इसमें दिल्ली भी आ रहा है, इसमें ये भी आ रहा है, उसमें बनारस भी आ रहा है. लेकिन सबसे इम्पॉर्टेंट बात ये है कि जो म्यूज़िक है ना वो सबसे ऊपर है. घराने तो है लेकिन संगीत उन सबसे ज़्यादा ऊंचा है. तो जब कोई चीज़ अच्छी लगती है, जैसे जाकिर भाई को हमने देखा है, वो हर घराने की चीज़ बजाते हैं और इतनी ऑथेंटिसिटी से बजाते हैं कि ऐसा लगेगा कि ये उसी घराने से है. तो ये बहुत बड़ी बात है. और जैसे इन्होंने कहा कि मैंने जो अब्बा जी से हमारे हैं उस्ताद अल्लाह रखा, मैंने उनसे जो भी विद्या ली है, मेरी कोशिश ये रही है कि एक अलग माध्यम के ज़रिए, जो जेम्बे है, जो एक अफ्रीका का इंस्ट्रूमेंट है, उसके ज़रिए मैं ये सारे घरानों की जो चीज़ें हैं उनको उस पर बजाने की कोशिश करूँ. तो इसीलिए ये है हमारे इंस्पिरेशन. जाकिर भाई सर, आज आप श्री भैनी साहब में आए हो, जहाँ पे संगीत का प्रोग्राम करते हो आप, तो कैसा लग रहा है जी? और नहीं, बहुत अच्छा क्या लग रहा संदेश है, देना बहुत ही अच्छा लग रहा है. यहाँ हाँ, पे और बार भी हम लोगों को बजाने का अवसर मिला है और हर बार एक आशीर्वाद मिला है. और आज भी उसी खोज में हम आए हैं. हाँ, पूर्वेन जी ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ.